ਜਦੋਂ ਮਨੁੱਖਤਾ ਦੀ ਆਫਤ ਦੀ ਘੜੀ ਆਉਂਦੀ ਹੈ ਤਾਂ ਅਜਿਹੇ ਵਿੱਚ ਸੰਵੇਦਨਸ਼ੀਲ ਲੋਕ ਇਹਨਾਂ ਖਤਰਿਆਂ ਨੂੰ ਮੁੱਲ ਲੈ ਕੇ ਇਹਨਾਂ ਲੋਕਾਂ ਤੱਕ ਪਹੁੰਚਦੇ ਨੇ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਹਨਾਂ ਦੁਖੀ ਲੋਕਾਂ ਤੱਕ ਹਰ ਤਰ੍ਹਾਂ ਦੀ ਜੋ ਵੀ ਸੰਭਵ ਸਹਾਇਤਾ ਹੁੰਦੀ ਆ ਉਹ ਪਹੁੰਚਾਉਣ ਦੇ ਲਈ ਪਹੁੰਚਦੇ ਨੇ। ਪਹਾੜਾਂ ਤੋਂ ਆਇਆ ਵਾਧਾ ਇਹ ਪਾਣੀ, ਇਹ ਜਲ ਸੈਲਾਬ ਪਤਾ नहीं किन्ने ਜ਼ਿਲ੍ਹਿਆਂ ਨੂੰ, किन्ने ਪਿੰਡਾਂ ਨੂੰ, किन्ने ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਪਣੇ ਘਰ ਸਮੇਤ, ਆਪਣੇ ਪਰਿਵਾਰਾਂ ਸਮੇਤ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੀ ਖਾਸ ਤੌਰ ਤੇ ਗੱਲ ਕਰੀਏ ਜਿੱਥੇ ਘੱਗਰ ਦੀ ਮਾਰ ਹੈ, ਕਿੰਨੇ ਹੀ ਪਰਿਵਾਰ, ਕਿੰਨੇ ਹੀ ਘਰ, ਕਿੰਨੇ ਹੀ ਪਿੰਡ ਇਸ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ। ਜੇਕਰ ਦੇਖਿਆ ਜਾਵੇ ਜ਼ਹਿਨੀ ਤੌਰ ਤੇ ਇਹਨਾਂ ਲੋਕਾਂ ਦੀ ਕੋਈ ਗਲਤੀ ਨਹੀਂ ਹੈ। ਬਿਨਾਂ ਕਿਸੇ ਕਸੂਰ ਤੋਂ ਇਹ ਕੁਦਰਤੀ ਆਫਤ ਹੈ ਜਾਂ ਫਿਰ ਮੈਨ ਮੇਡ ਇੱਕ ਤਰ੍ਹਾਂ ਦਾ ਡਿਜ਼ਾਸਟਰ ਹੈ, ਪਰ ਲੋਕ ਇਹ ਸਜ਼ਾ ਭੁਗਤ ਰਹੇ ਨੇ। ਜੇਕਰ ਦੇਖੀਏ ਤਾਂ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਇਹ ਸਵਾਲ ਹਾਲੇ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਇਸ ਬੰਨ ਨੂੰ ਲੈ ਕੇ, ਇਸ ਸੈਲਾਬ ਨੂੰ ਲੈ ਕੇ, ਘੱਗਰ ਦੀ ਮਾਰ ਨੂੰ ਲੈ ਕੇ, ਇਹਨਾਂ ਪਾਣੀਆਂ ਦੀ ਇਹ ਇੰਨੀ ਵੱਡੀ ਜੋ ਮਾਰ ਅੱਜ ਵੱਡਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸ ਨੂੰ ਲੈ ਕੇ ਕੋਈ ਵੀ ਪੁਖਤਾ ਪੱਕਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ। ਸਵਾਲ ਬੜੇ ਨੇ, ਪਰ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਨਾਲ ਨਾਲ ਜੋ ਸੰਵੇਦਨਸ਼ੀਲ ਲੋਕ ਨੇ ਉਹ ਇੱਕ ਦੂਸਰੇ ਦੇ ਹੱਥ ਨੂੰ ਪਕੜ ਕੇ ਇੱਕ ਦੂਸਰੇ ਦੀ ਸਹਾਇਤਾ ਲਈ ਇਹਨਾਂ ਗਹਿਰੇ ਪਾਣੀਆਂ ਵਿੱਚ ਉਤਰ ਜਾਂਦੇ ਨੇ। ਹਾਲਾਂਕਿ ਜਦੋਂ ਇਹਨਾਂ ਪਾਣੀਆਂ ਵਿੱਚ ਚੱਲਦੇ ਆ, ਜਦੋਂ ਇਸ ਬਹਾਵ ਦੇ ਵਿੱਚ ਦੀ ਲੰਘਦੇ ਆ, ਹਾਲਾਂਕਿ ਮਦਦ ਦੇ ਲਈ ਇੱਕ ਪੋਜ਼ਿਟਿਵ ਥਾਟ ਲੈ ਕੇ ਚੱਲੇ ਹੁੰਦੇ ਆ, ਪਰ ਫਿਰ ਵੀ ਖਤਰਾ ਹਰ ਪਾਸੇ ਤੋਂ ਹੁੰਦਾ ਹੈ। ਇੰਨਾ ਤੇਜ਼ ਬਹਾਵ ਵਾਲਾ ਪਾਣੀ ਆ ਕਿਸੇ ਨੂੰ ਵੀ ਵਹਾ ਕੇ ਲੈ ਸਕਦਾ ਹੈ। ਖਬਰਾਂ ਵਿੱਚ ਵੀ ਆਇਆ ਸੁਣਿਆ ਕਿ ਇੱਕ ਮਦਦ ਦੇ ਲਈ ਗਈ ਹੋਈ ਸਮਾਜ ਸੇਵੀ ਲੋਕਾਂ ਦੀ ਟਰਾਲੀ ਹੈ ਉਹ ਵੀ ਦੁਰਘਟਨਾ ਦਾ ਸ਼ਿਕਾਰ ਹੋਈ, ਪਰ ਫਿਰ ਵੀ ਇੱਕ ਕਦਮ ਇਹ ਹੱਥ ਅੱਗੇ ਵਧਦੇ ਨੇ ਕਿਉਂਕਿ ਇਨਸਾਨੀਅਤ ਇਹੋ ਸਿਖਾਉਂਦੀ ਹੈ ਕਿ ਕਿਵੇਂ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਦੂਸਰਿਆਂ ਦੀ ਮਦਦ ਕਰਨੀ ਹੈ। ਅਜਿਹੀ ਹੀ ਇੱਕ ਮਿਸਾਲ ਮਾਲੇਰਕੋਟਲਾ ਤੋਂ ਡਾਕਟਰ ਸੌਰਵ ਕਪੂਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੇਸ਼ ਕੀਤੀ ਗਈ, ਜੋ ਕਿ ਮਾਲੇਰਕੋਟਲਾ ਤੋਂ ਚੱਲ ਕੇ ਇੰਨੀ ਦੂਰ ਹਰਿਆਣਾ ਦੇ ਜਾਖਲ ਤੱਕ ਵੱਖ-ਵੱਖ ਘਿਰੇ ਹੋਏ ਪਿੰਡਾਂ ਤੱਕ ਮਦਦ ਪਹੁੰਚਾਉਣ ਲਈ, ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਲਈ, ਖਾਸ ਤੌਰ ਤੇ ਮੈਡੀਸਨ ਜੋ ਦਵਾਈਆਂ ਨੇ ਜਿਨ੍ਹਾਂ ਦੀ ਕਿ ਬਹੁਤ ਵੱਡੀ ਲੋੜ ਹੁੰਦੀ ਹੈ ਪਹੁੰਚਾਉਣ ਦੇ ਲਈ ਇੱਥੇ ਪਹੁੰਚੇ। ਜਿਸ ਤਰ੍ਹਾਂ ਹੌਲੀ-ਹੌਲੀ ਇੱਕ ਦੂਸਰੇ ਤੋਂ ਪਤਾ ਕਰਦਿਆਂ ਡਾਕਟਰ ਸੌਰਵ ਕਪੂਰ, ਡਾਕਟਰ ਸਹਿਵਾਜ ਹੋਰਾਂ ਦੀ ਇਹ ਟੀਮ ਅੱਗੇ ਵਧਦੀ ਹੈ। ਉਹਨਾਂ ਦਾ ਸਾਹਮਣਾ ਹੋਰ ਬਹੁਤ ਸਾਰੇ ਅਜਿਹੇ ਲੋਕਾਂ ਦੇ ਨਾਲ ਵੀ ਹੁੰਦਾ ਹੈ ਜੋ ਕਿ ਵੱਖ-ਵੱਖ ਹੋਰ ਜ਼ਿਲ੍ਹਿਆਂ ਤੋਂ ਇਸ ਇਮਦਾਦ ਦੇ ਲਈ, ਇਸ ਸਹਾਇਤਾ ਦੇ ਲਈ ਆਪਣੇ-ਆਪਣੇ ਪਿੰਡਾਂ ਘਰਾਂ ਤੋਂ ਚੱਲੇ ਹੁੰਦੇ ਨੇ। ਪਰ ਅੱਗੇ ਚੱਲ ਕੇ ਸਭ ਤੋਂ ਵੱਡੀ ਦਿੱਕਤ ਇੱਕ ਰਸਤੇ ਨੂੰ ਖੋਜਣਾ ਹੈ, ਉਸ ਪਿੰਡ ਨੂੰ ਖੋਜਣਾ ਹੈ ਤੇ ਉਸ ਤੱਕ ਪਹੁੰਚਣਾ ਹੈ। ਬਹੁਤ ਜ਼ਿਆਦਾ ਵਰਸਨ ਹੈ ਜੀ। ਇਸ ਵਕਤ ਜਿੱਥੇ ਆਪਾਂ ਖੜੇ ਹਾਂ ਉਹ ਬਿਲਕੁਲ ਰੇਲਵੇ ਲਾਈਨ ਹੈ, ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਪਿਛਲੇ ਪਾਸੇ ਇਹ ਤੁਸੀਂ ਹਰਿਆਣੇ 'ਚ ਪਾਣੀ ਦੇਖ ਸਕਦੇ ਹੋ ਤੇ ਲਾਈਨਾਂ ਤੋਂ ਤੁਸੀਂ ਪੰਜਾਬ 'ਚ ਪਾਣੀ ਦੇਖ ਸਕਦੇ ਹੋ। ਤਾਂ ਅਸੀਂ ਬਿਲਕੁਲ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਹਾਂ। ਇਸ ਤਰ੍ਹਾਂ ਨਹੀਂ ਹੈਗਾ ਕਿ ਜਿਹੜੀ ਤੰਗੀ ਹੈ ਉਹ ਸਿਰਫ ਪੰਜਾਬ ਦੇ ਪਿੰਡਾਂ ਨੂੰ ਆ ਰਹੀ ਹੈ, ਹਰਿਆਣੇ ਦੇ ਪਿੰਡਾਂ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਜਿਹੜੇ ਬਿਲਕੁਲ ਪੰਜਾਬ ਦੇ ਨਾਲ ਲੱਗ ਰਹੇ। ਅਸੀਂ ਪੰਜਾਬ ਦੇ ਵਿੱਚ ਤਾਂ ਸੇਵਾ ਦੇ ਹੀ ਰਹੇ ਸੀ, ਹੁਣ ਅਸੀਂ ਹਰਿਆਣੇ ਤੱਕ ਪਹੁੰਚ ਚੁੱਕੇ ਹਾਂ। ਸਵੇਰ ਦੇ ਮਲੇਰਕੋਟਲੋਂ ਚੱਲ ਕੇ ਆਲਮੋਸਟ 170 ਕਿਲੋਮੀਟਰ ਦਾ ਅਸੀਂ ਸਫ਼ਰ ਜਿਹੜਾ ਹੈਗਾ ਉਹ ਤੈਅ ਕਰਕੇ ਹਰਿਆਣੇ ਤੱਕ ਪਹੁੰਚ ਗਏ। ਤਾਂ ਸੇਵਾ ਦੀ ਇੰਨੀ ਜ਼ਿਆਦਾ ਜ਼ਰੂਰਤ ਸੀਗੀ ਕਿ ਅਸੀਂ ਕਰਦੇ ਸੇਵਾ ਅਸੀਂ ਹਰਿਆਣੇ ਤੱਕ ਆ ਗਏ। ਪ੍ਰਸ਼ਾਸਨ ਦੀ ਜੇ ਆਪਾਂ ਗੱਲ ਕਰੀਏ, ਐਡਮਿਨਿਸਟ੍ਰੇਸ਼ਨ ਦੀ, ਜਿਹੜੀ ਜਿੱਥੇ ਦਾ ਬਹੁਤ ਜ਼ਿਆਦਾ ਪਾਣੀ ਹੈ ਜਾਂ ਬਹੁਤ ਜ਼ਿਆਦਾ ਓਵਰਫਲੱਡ ਹੈ, ਜਿਵੇਂ 12 ਫੁੱਟ ਪਾਣੀ ਪਹੁੰਚ ਚੁੱਕਿਆ, ਉੱਥੇ ਜਿੱਥੇ 5-7 ਦਿਨ ਹੋ ਚੁੱਕੇ ਆ ਉੱਥੇ ਤਾਂ ਆਰਮੀ ਜਿਹੜੀ ਹੈਗੀ ਉਹ ਮਦਦ ਕਰ ਰਹੀ ਹੈ। ਲੇਕਿਨ ਉਸ ਤੋਂ ਇਲਾਵਾ ਜਿਹੜੇ ਨਵੀਂ ਜਗ੍ਹਾ ਦੇ ਉੱਤੇ ਬੰਨ੍ਹ ਟੁੱਟ ਰਹੇ ਆ ਉੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ। ਅਸੀਂ ਪਿੱਛੇ ਪੁਲਿਸ ਥਾਣੇ ਦੇ ਚੋਟੀਆਂ ਪਿੰਡ ਦੇ ਵਿੱਚ ਵੀ ਉੱਥੇ ਜਾ ਕੇ ਵਿਜ਼ਿਟ ਕੀਤਾ, ਉੱਥੇ ਵੀ ਪਾਣੀ ਬਿਲਕੁਲ ਥਾਣੇ ਨੂੰ ਵੀ ਡੁਬੋਣ ਦੇ ਤਾਦਾਦ 'ਚ ਆ ਗਿਆ ਤੇ ਜੇ ਉਹ ਪਾਣੀ ਨਾ ਰੁਕਿਆ ਤਾਂ ਆਲਮੋਸਟ ਰਾਤ ਤੱਕ ਜਿਹੜਾ ਹੈਗਾ ਥਾਣਾ ਵੀ ਡੁੱਬ ਸਕਦਾ। ਪਾਣੀ ਵੱਧਦਾ ਜਾ ਰਿਹਾ ਜੀ, ਬਿਲਕੁਲ ਵੱਧਦਾ ਜਾ ਰਿਹਾ, ਬਹੁਤ ਹੀ ਇੱਕ ਤਰ੍ਹਾਂ ਸਾਰਾ ਕੁਝ ਖਤਰੇ ਦੇ ਨਿਸ਼ਾਨ ਤੋਂ ਬਾਹਰ ਹੈ। ਤੇ ਜੇ ਰੇਲਵੇ ਲਾਈਨ ਡੁੱਬਦੀ ਹੈ ਇਟ ਮੀਨਸ ਅਗਲੇ ਕਈ ਘੱਟੋ ਘੱਟ 50 ਪਿੰਡ ਹੋਰ ਡੁੱਬ ਜਾਣਗੇ ਜੇ ਰੇਲਵੇ ਲਾਈਨ ਦੇ ਉੱਪਰ ਚੜ੍ਹ ਕੇ ਪਾਣੀ ਚੱਲੇ। ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਕਿਉਂਕਿ ਲੋਕੇਸ਼ਨਸ ਫਾਈਂਡ ਆਊਟ ਕਰਨੀਆਂ ਬੜੀਆਂ ਡਿਫੀਕਲਟ ਹੈ। ਇਹ ਤਾਂ ਸਾਡੇ ਡੋਨਰ ਚੁਆਇਸ NGO ਦੇ ਜਿਹੜੇ ਟੀਮ ਹੈ ਇਹ ਪੂਰੀ ਦਲੇਰ ਟੀਮ ਹੈ ਜੀ ਤੇ ਇਹਨਾਂ ਦੀ ਦਲੇਰੀ ਕਰਕੇ, ਇਹਨਾਂ ਦੇ ਹੌਸਲੇ ਦੇ ਨਾਲ ਹੀ ਆਪਾਂ ਸਾਰੇ ਰਲ ਮਿਲ ਕੇ ਹੌਸਲਾ ਬਣਦਾ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪਹਿਲਾਂ ਤਾਂ ਅਸੀਂ ਖੁਸ਼ਨਸੀਬ ਹਾਂ ਕਿ ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਇਸ ਤਰ੍ਹਾਂ ਕਿ ਅੱਲਾਹ ਪਾਕ ਵਾਹਿਗੁਰੂ ਪਰਮਾਤਮਾ ਸਾਡੀ ਡਿਊਟੀ ਲਾਉਂਦਾ ਉਹਦੇ ਵਿੱਚ ਆਪਣਾ ਰੋਲ ਨਿਭਾਉਣ ਲਈ। ਦੂਸਰਾ, ਅਸੀਂ ਬਾਰ-ਬਾਰ ਥੈਂਕਫੁਲ ਹਾਂ ਡਾਕਟਰ ਸੌਰਵ ਕਪੂਰ ਜੀ ਦੇ ਜਿਹੜੇ ਸਾਡੇ ਨਾਲ ਮੈਡੀਕਲੀ ਹੈਲਪ ਲੈ ਕੇ ਸਾਡੇ ਨਾਲ ਪਹਿਲਾਂ ਵੀ ਗਏ ਤੇ ਅੱਜ ਵੀ ਇੱਕ ਵਾਰ ਕਹਿਣ ਤੇ ਸਾਡੇ ਨਾਲ ਆਏ ਨੇ। ਤੀਸਰਾ ਇਹ ਹੈ ਕਿ ਹੁਣ ਪੰਜਾਬ ਦਾ ਜਿਹੜੇ ਪੰਜਾਬੀਆਂ ਦਾ ਦਿਲ ਹੈ ਉਹ ਦਰਿਆ ਦੇ ਲਈ
ਮੰਨਿਆ ਜਾਂਦਾ ਕਿ ਇਹਨਾਂ ਦੇ ਦਿਲ 'ਚ ਦਇਆ ਬਹੁਤ ਜ਼ਿਆਦਾ ਹੈ। ਤਾਂ ਇਸ ਕਰਕੇ ਅਸੀਂ ਖੁਸ਼ਨਸੀਬ ਮੰਨਦੇ ਹਾਂ ਕਿ ਸਾਡੀ ਡਿਊਟੀ ਲੱਗੀ ਹੈ। ਮਲੇਰਕੋਟਲੇ ਤੋਂ ਸਾਡੇ ਭਰਾਵਾਂ ਨੇ, ਸਾਡੀਆਂ ਭੈਣਾਂ ਨੇ ਸਾਡਾ ਸਾਥ ਦਿੱਤਾ। ਅਸੀਂ ਪੂਰਾ ਟਰੱਕ ਭਰ ਕੇ ਅੱਜ ਰਾਸ਼ਨ ਲੈ ਕੇ ਆਏ ਹਾਂ। ਸਾਡੇ ਨਾਲ ਪੱਖੋਵਾਲ ਤੋਂ ਔਰ ਭੋਗੀਵਾਲ ਤੋਂ ਸਾਡੇ ਫਰੈਂਡ ਮਿੱਤਰ ਨੇ, ਤੇ ਦਵਾਈਆਂ ਦੀ ਪੂਰੀ ਗੱਡੀ ਭਰ ਕੇ ਲੈ ਕੇ ਆਏ ਹਾਂ। ਔਰ ਜਿੰਨਾ ਹੋ ਸਕੂਗਾ, ਅੱਜ ਸਾਨੂੰ ਲੋਕੇਸ਼ਨ ਫਾਈਂਡ ਆਊਟ ਕਰਦਿਆਂ ਨੂੰ ਉਰੇ 2-2:30 ਵੱਜ ਗਏ। ਹੁਣ ਤੋਂ ਲੈ ਕੇ ਰਾਤ ਤੱਕ ਜਿੰਨਾ ਵੀ ਸਾਡੇ ਤੋਂ ਹੋ ਸਕੂਗਾ ਇਨਸ਼ਾਅੱਲਾ ਤਾਲਾ ਅਸੀਂ ਸੇਵਾ ਜਿਹੜੀ ਆਪਦੀ ਦਵਾਂਗੇ। ਔਰ ਮੈਡੀਕਲੀ ਵੀ ਪਹਿਲਾਂ ਅਸੀਂ ਫੂਡ ਸਪਲਾਈ ਕਰਾਂਗੇ, ਉਸ ਤੋਂ ਬਾਅਦ ਮੈਡੀਕਲੀ ਜੋ ਸਹਾਇਤਾ ਚਾਹੀਦੀ ਹੈ ਲੋਕਾਂ ਨੂੰ ਉਹ ਵੀ ਪਹੁੰਚਾਵਾਂਗੇ ਜ਼ਰੂਰ ਜੀ। ਜੀ, ਲੋਕਾਂ ਦੀ ਦਿੱਕਤ ਮੇਨ ਡਿਮਾਂਡ ਕੀ ਹੈ ਜੀ ਇਸ ਵੇਲੇ? ਮੇਨ ਡਿਮਾਂਡ ਸਰ ਪਾਣੀ ਦੇ ਵਿੱਚ ਜਦੋਂ ਪਾਣੀ ਦਾ ਪ੍ਰਕੋਪ ਆਉਂਦਾ, ਲੋਕ ਛੱਤਾਂ ਤੇ ਨੇ, ਪਹਿਲਾਂ ਤਾਂ ਉਹਨਾਂ ਨੂੰ ਖਾਣਾ ਚਾਹੀਦਾ। ਦੂਸਰਾ, ਪਾਣੀ ਕਾਰਨ ਜਿਹੜਾ ਬੈਕਟੀਰੀਆ ਫੈਲਦਾ ਉਹਦੇ ਕਰਕੇ ਡਾਇਰੀਆ ਵਗੈਰਾ ਹੋ ਜਾਂਦਾ ਅਤੇ ਖਾਰਿਸ਼ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਪਹਿਲਾਂ ਅਸੀਂ ਜਦੋਂ 2-3 ਦਿਨ ਪਹਿਲਾਂ ਗਏ ਸੀ ਉਦੋਂ ਸਾਡੇ ਕੋਲੇ ਖਾਰਿਸ਼ ਲਈ ਕੋਈ ਜਿਹੜਾ ਰੈਮਡੀਜ਼ ਨਹੀਂ ਸੀਆਂ। ਅੱਜ ਅਸੀਂ ਖਾਰਿਸ਼ ਲਈ ਸਾਬਣਾ ਔਰ ਲੋਸ਼ਨ ਵਗੈਰਾ ਕੈਰੀ ਕਰਕੇ ਨਾਲ ਲੈ ਕੇ ਆਏ ਹਾਂ, ਜੋ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਜੀ। ਇਹ ਇੱਕ ਅਜਿਹਾ ਰਸਤਾ ਹੁੰਦਾ ਹੈ, ਅਜਿਹਾ ਪਿੰਡ ਹੁੰਦਾ ਹੈ, ਇੱਕ ਅਜਿਹੀ ਰਾਹ ਹੈ ਜੋ ਕਿ ਖਤਰੇ ਨਾਲ ਭਰੀ ਹੋਈ ਹੈ, ਜਿਸ ਤੇ ਪਹਿਲਾਂ ਵੀ ਕਦੇ ਚੱਲ ਕੇ ਨਹੀਂ ਦੇਖਿਆ ਗਿਆ। ਪਹਿਲੀ ਵਾਰ ਅਜਿਹੇ ਰਸਤਿਆਂ ਤੇ ਚੱਲਣਾ, ਉਹ ਰਸਤਿਆਂ ਤੇ ਚੱਲਣਾ ਜੋ ਕਿ ਦਿਖਾਈ ਹੀ ਨਹੀਂ ਦਿੰਦੇ, ਆਪਣੇ ਆਪ ਵਿੱਚ ਬਹੁਤ ਵੱਡਾ ਖਤਰਾ ਵੀ ਹੁੰਦਾ ਹੈ। ਇਹਨਾਂ ਪਿੰਡਾਂ ਵਿੱਚ, ਇਹਨਾਂ ਇਲਾਕਿਆਂ ਵਿੱਚ ਰਾਹਤ ਸਮੱਗਰੀ ਦੀ ਕੋਈ ਘਾਟ ਨਹੀਂ ਹੈ। ਦੂਰੋਂ ਨੇੜਿਓਂ ਵੱਖ-ਵੱਖ ਪਿੰਡਾਂ ਤੋਂ, ਵੱਖ-ਵੱਖ ਇਲਾਕਿਆਂ ਤੋਂ ਲੋਕ ਟਰਾਲੀਆਂ ਦੇ ਵਿੱਚ, ਟਰੱਕਾਂ ਦੇ ਵਿੱਚ ਇਹ ਸਹਾਇਤਾ ਲੈ ਕੇ ਪਹੁੰਚ ਰਹੇ ਨੇ। ਪਰ ਸਭ ਤੋਂ ਵੱਡੀ ਮੁਸ਼ਕਲ ਇਹ ਹੁੰਦੀ ਹੈ ਕਿ ਅਜਿਹੇ ਵਹਾਓ ਦੇ ਵਿੱਚ, ਤੇਜ਼ ਵਹਾਓ ਦੇ ਇਸ ਜਲ ਦੇ, ਪਾਣੀ ਦੇ ਇਸ ਸੈਲਾਬ ਦੇ ਵਿੱਚ ਉਸ ਮਦਦ ਨੂੰ ਕਿਸ ਤਰ੍ਹਾਂ ਉਹਨਾਂ ਨੀਡੀ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੋ ਜਾਂਦਾ ਹੈ ਕਿ ਖੁਦ ਇਸ ਜਲ ਦੇ ਵਿੱਚ, ਇਸ ਜਲ ਸੈਲਾਬ ਦੇ ਵਿੱਚ ਉਤਰਨਾ ਪਏਗਾ। ਇਹ ਉਹ ਰਸਤਾ ਹੈ, ਇਹ ਉਹ ਵਹਾਓ ਹੈ ਜਿਸ ਤੇ ਪਹਿਲਾਂ ਚੱਲ ਕੇ ਨਹੀਂ ਦੇਖਿਆ ਗਿਆ, ਨਾ ਹੀ ਇਹਨਾਂ ਰਾਹਾਂ ਦਾ, ਨਾ ਹੀ ਇਹਨਾਂ ਪਿੰਡਾਂ ਦਾ, ਤੇ ਨਾ ਹੀ ਇਹਨਾਂ ਲੋਕਾਂ ਦਾ ਆਪਾਂ ਨੂੰ ਕੋਈ ਕੁਝ ਪਹਿਲਾਂ ਤਜਰਬਾ ਜਾਂ ਪਤਾ ਹੁੰਦਾ ਹੈ। ਪਰ ਇੱਕ ਫਿਰ ਵੀ ਮਨ ਵਿੱਚ ਜਜ਼ਬਾ ਹੁੰਦਾ ਹੈ, ਜੋ ਇਸ ਟੀਮ ਦੇ ਮਨ ਵਿੱਚ ਜਜ਼ਬਾ ਸੀ, ਉਸੇ ਜਜ਼ਬੇ ਦੇ ਸਹਾਰੇ ਇਹ ਟੀਮ ਇਸ ਪਾਣੀ ਵਿੱਚ, ਇਸ ਸੈਲਾਬ ਦੇ ਵਿੱਚ ਉਤਰ ਜਾਂਦੀ ਹੈ। ਚਾਰੇ ਪਾਸੇ ਜਿੱਥੇ ਤੱਕ ਨਜ਼ਰ ਮਾਰੋ, ਇਹ ਘੱਗਰ ਦੀ ਮਾਰ, ਨਦੀ ਦੀ ਮਾਰ, ਪਹਾੜਾਂ ਤੋਂ ਆਏ ਉਸ ਤੇਜ਼ ਜਲ ਸੈਲਾਬ ਦੀ ਮਾਰ ਹੈ। ਇਸ ਦੇ ਵਿੱਚ ਕਈ ਅਜਿਹੇ ਰਸਤੇ ਵੀ ਆਉਂਦੇ ਆ ਜੋ ਕਿ ਟੁੱਟੇ ਹੁੰਦੇ ਨੇ, ਜਿੱਥੇ ਕਿ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ, ਪਰ ਫਿਰ ਵੀ ਅੰਦਾਜ਼ੇ ਨਾਲ ਜਾਂ ਫਿਰ ਪੁੱਛਾ ਕੇ ਅੱਗੇ ਤੁਰਨਾ ਪੈਂਦਾ ਹੈ। ਜਦੋਂ ਵੀ ਕੋਈ ਸਿਗਨਲ ਮਿਲਦਾ ਹੈ ਜਾਂ ਪਤਾ ਲੱਗਦਾ ਹੈ ਕਿ ਕਿਹੜੇ-ਕਿਹੜੇ ਪਿੰਡਾਂ ਵਿੱਚ ਹਾਲੇ ਵੀ ਮਦਦ ਦੀ ਲੋੜ ਹੈ, ਜਿੱਥੇ ਲੋਕੀ ਪਿਛਲੇ ਕਈ ਦਿਨਾਂ ਤੋਂ, ਕਈ ਰਾਤਾਂ ਤੋਂ ਡੱਕੇ ਪਏ ਨੇ ਆਪਣੇ ਕਮਰਿਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ, ਜਾਂ ਤਾਂ ਛੱਤਾਂ ਦੇ ਉੱਪਰ ਚੜੇ ਹੋਏ ਨੇ, ਉਹ ਇਮਦਾਦ, ਕਿਸੇ ਵੀ ਤਰ੍ਹਾਂ ਦੀ ਮਦਦ ਦੀ ਉਡੀਕ ਵਿੱਚ ਹੁੰਦੇ ਨੇ। ਉਹਨਾਂ ਨੂੰ ਵੀ ਜਦੋਂ ਦੂਰੋਂ ਕੋਈ ਟਰਾਲੀ ਨਜ਼ਰ ਆਉਂਦੀ ਹੈ, ਕੋਈ ਟਰੱਕ ਨਜ਼ਰ ਆਉਂਦਾ ਹੈ, ਕੋਈ ਵੀ ਅਜਿਹਾ ਗਰੁੱਪ ਨਜ਼ਰ ਆਉਂਦਾ ਜੋ ਕਿ ਉਹਨਾਂ ਦੀ ਮਦਦ ਕਰ ਸਕਦਾ ਹੈ, ਤਾਂ ਉਹ ਵੀ ਉਸ ਦਾ ਦਿਲ ਖੋਲ੍ਹ ਕੇ ਤਹਿ ਦਿਲੋਂ ਸਵਾਗਤ ਕਰਦੇ ਨੇ। ਇਸੇ ਤਰ੍ਹਾਂ ਇਹ ਟੀਮ ਵੀ ਵੱਖ-ਵੱਖ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਆਪਣੀ ਸਾਰੀ ਸਪਲਾਈ, ਆਪਣਾ ਸਾਰਾ ਜਿੰਨਾ ਵੀ ਸਾਮਾਨ ਸੀ, ਜ਼ਰੂਰੀ ਸਾਮਾਨ ਸੀ ਜੋ ਕਿ ਅੱਗੇ ਡੋਨੇਟ ਕਰਨਾ ਸੀ, ਜੋ ਕਿ ਜ਼ਰੂਰਤਮੰਦਾਂ ਤੱਕ ਪਹੁੰਚਾਉਣਾ ਸੀ, ਉਸ ਸਾਰੇ ਸਮਾਨ ਨੂੰ ਨਾਲ ਲੈ ਕੇ ਇੱਕ ਟਰਾਲੀ ਦੇ ਵਿੱਚ ਇਸ ਤਰ੍ਹਾਂ ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਗੇ ਵਧਦੀ ਹੈ। ਇਹ ਇੱਕ ਅਜਿਹਾ ਰਸਤਾ ਹੈ ਜਿਸ ਤੇ ਕਿ ਚੱਲਣਾ ਕੋਈ ਆਮ ਆਸਾਨ ਗੱਲ ਨਹੀਂ ਹੈ, ਚੱਲਣਾ ਖਤਰੇ ਤੋਂ ਖਾਲੀ ਨਹੀਂ ਹੈ, ਪਰ ਫਿਰ ਵੀ ਅਜਿਹੇ ਖਤਰੇ ਕਦੇ-ਕਦੇ ਮੁੱਲ ਲੈਣੇ ਪੈਂਦੇ ਨੇ। ਉਦੋਂ ਜਦੋਂ ਖਾਸ ਤੌਰ ਤੇ ਇਨਸਾਨੀਅਤ ਹੈ ਜਿਹੜੀ, ਜਦੋਂ ਮਨੁੱਖਤਾ ਹੈ ਜਿਹੜੀ ਪੁਕਾਰ ਕਰ ਰਹੀ ਹੋਵੇ, ਉਦੋਂ ਜਦੋਂ ਤੁਹਾਡੇ ਹੱਥ ਹੋਰਾਂ ਹੱਥਾਂ ਨੂੰ ਬਚਾ ਸਕਦੇ ਹੋਣ। ਅਜਿਹਾ ਸੋਚਦੇ ਬਹੁਤ ਥੋੜ੍ਹੇ ਲੋਕ ਨੇ ਜੋ ਕਿ ਆਪਣੇ ਕੰਮਕਾਰ, ਆਪਣੇ ਕੰਮ ਧੰਦਿਆਂ ਨੂੰ ਬੰਦ ਕਰਕੇ ਅਜਿਹੇ ਰਿਸਕੀ ਸਫ਼ਰ 'ਤੇ ਨਿਕਲਦੇ ਨੇ। ਜੇਕਰ ਇਹ ਟੀਮ ਨਿਕਲੀ ਹੈ ਤਾਂ ਇਹਨਾਂ ਦੇ ਹੱਥ ਵੀ ਕਾਫੀ ਕੁਝ ਅਜਿਹਾ ਮਾਣ ਸਨਮਾਨ ਦੇ ਲਾਇਕ ਸੇਵਾ ਦਾ ਜਿਹੜਾ ਕਾਰਜ ਹੈ ਉਹ ਲੱਗਾ ਹੈ, ਤੇ ਉਸ ਕਾਰਜ ਨੂੰ ਸਫਲਤਾਪੂਰਵਕ ਸੰਪੂਰਨ ਕਰਨ ਤੋਂ ਬਾਅਦ ਮਨ ਵਿੱਚ ਜੋ ਤਸੱਲੀ ਮਿਲਦੀ ਹੈ, ਉਹ ਤਸੱਲੀ ਹੋਰ ਕਿਸੇ ਵੀ ਪਦਾਰਥ ਵਿੱਚ, ਹੋਰ ਕਿਸੇ ਵੀ ਇਨਾਮ ਜਾਂ ਸਨਮਾਨ ਵਿੱਚ ਨਹੀਂ ਮਿਲਦੀ। ਇਹ ਸਨਮਾਨ ਆਪਣੇ ਮਨ ਦੇ ਨਾਲ ਕੀਤੀ ਹੋਈ ਗੱਲਬਾਤ ਦਾ ਹੁੰਦਾ ਹੈ। ਜਦੋਂ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਹਾਂ, ਆਪਣੇ ਆਪ ਕੀਤੇ ਹੋਏ ਇਸ ਕੰਮ ਦੀ ਆਪਣੇ ਮਨ ਤੋਂ, ਆਪਣੇ ਆਪ ਤੋਂ ਪ੍ਰਵਾਨਗੀ ਲੈਂਦੇ ਹਾਂ, ਤਾਂ ਉਹ ਜਿਹੜੀ ਆਪਣੇ ਮਨ ਨੂੰ ਤਸੱਲੀ ਹੁੰਦੀ ਹੈ, ਜਿਹੜਾ ਸਕੂਨ ਹੁੰਦਾ ਹੈ, ਉਹ ਆਪਣੇ ਆਪ ਨੂੰ ਇੱਕ ਨਵਾਂ ਰਸਤਾ ਦਿਖਾਉਂਦਾ ਹੈ। ਇਹ ਰਸਤਾ ਮਨੁੱਖਤਾ ਦਾ ਹੈ, ਇਹ ਰਸਤਾ ਸਾਰਿਆਂ ਦੀ ਸਾਂਝੀ ਵਾਲਤਾ ਦਾ ਹੈ, ਇਹ ਰਸਤਾ ਸਾਰਿਆਂ ਦੀ ਇੱਕ ਸਾਂਝੀ ਕਾਮਯਾਬੀ ਦਾ ਹੈ।
ਅਸੀਂ ਜੇਕਰ ਖੁਦ ਖੁਸ਼ ਹੋਈਏ ਜਾਂ ਫਿਰ ਖੁਦ ਸਾਰੇ ਸਾਧਨਾਂ ਨਾਲ ਸੰਪੰਨ ਹੋਈਏ, ਪਰ ਆਲੇ ਦੁਆਲੇ ਜਿੰਨੀ ਮਨੁੱਖਤਾ ਹੈ, ਆਲੇ ਦੁਆਲੇ ਜਿੰਨੇ ਹੋਰ ਇਨਸਾਨ ਨੇ, ਸਮਾਜ ਦੇ ਜਿਹੜੇ ਹੋਰ ਹਿੱਸੇ ਹੈ, ਜੇਕਰ ਉਹ ਜ਼ਰੂਰਤ ਵਿੱਚ ਨੇ, ਉਹ ਕਿਸੇ ਥੁੜ ਵਿੱਚ ਨੇ ਤੇ ਅਸੀਂ ਉਹਨਾਂ ਤੱਕ ਹੱਥ ਨਹੀਂ ਵਧਾ ਪਾ ਰਹੇ, ਤਾਂ ਉਸ ਦੇ ਵਿੱਚ ਸਾਡਾ ਮਨ ਸਾਨੂੰ ਕੋਸੇਗਾ। ਸਾਡੇ ਅੰਦਰ ਦੀ ਆਤਮਾ ਹੈ, ਜਿਹੜੀ ਅੰਤਰ ਆਤਮਾ ਹੈ, ਉਹ ਸਾਡੇ ਤੇ ਸਵਾਲ ਖੜੇ ਕਰੇਗੀ। ਜ਼ਰੂਰੀ ਹੁੰਦਾ ਕਿ ਹਰ ਇਨਸਾਨ ਜੋ ਕਿ ਆਪ ਇਹਨਾਂ ਦਿਨਾਂ ਦੇ ਵਿੱਚ ਸੁੱਕੇ ਸਥਾਨ ਤੇ ਹੈ, ਉੱਚੇ ਸਥਾਨ ਤੇ ਹੈ, ਸਵੈ ਨਿਰਭਰ ਹੈ, ਆਰਥਿਕ ਪੱਖੋਂ ਸਟਰੋਂਗ ਹੈ, ਤਾਂ ਉਸ ਨੂੰ ਅਜਿਹੇ ਪਿੰਡਾਂ ਵਿੱਚ ਜਾ ਕੇ, ਅਜਿਹੇ ਲੋਕਾਂ ਕੋਲ ਜਾ ਕੇ ਜੋ ਕਿ ਅਸਲ ਵਿੱਚ ਪੀੜਤ ਨੇ, ਸਮੇਂ ਦੀ ਵਕਤ ਦੀ ਮਾਰ ਤੋਂ ਬੁਰੀ ਤਰ੍ਹਾਂ ਝੰਬੇ ਹੋਏ ਨੇ, ਉਸ ਮਾਰ ਨੂੰ ਝੱਲ ਕੇ ਆਪਣੇ ਆਪ ਨੂੰ ਉਸ ਰਸਤੇ ਤੇ ਤੋਰ ਰਹੇ ਨੇ ਜੋ ਕਿ ਖਤਰਿਆਂ ਤੋਂ ਘੱਟ ਨਹੀਂ ਹੁੰਦਾ। ਉਹਨਾਂ ਦੀਆਂ ਅੱਖਾਂ ਵਿੱਚ ਇੱਕ ਉਡੀਕ ਹੁੰਦੀ ਆ ਦੂਰੋਂ ਆਉਂਦੇ ਕਿਸੇ ਅਜਿਹੇ ਇਨਸਾਨ ਦੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਭੁੱਖ ਨੂੰ ਮਿਟਾਏਗਾ ਜਾਂ ਫਿਰ ਉਹਨਾਂ ਦੇ ਦਰਦ ਨੂੰ ਘੱਟ ਕਰੇਗਾ। ਇਸੇ ਦਰਦ ਦੀ ਦਵਾ ਲੈ ਕੇ, ਇਸੇ ਦੁੱਖ ਨੂੰ ਘੱਟ ਕਰਨ ਦੇ ਹੌਸਲੇ ਦੀ ਸਮੱਗਰੀ ਲੈ ਕੇ ਇਹ ਟੀਮ ਮਾਲੇਰਕੋਟਲਾ ਤੋਂ ਚੱਲੀ। ਇਹਨਾਂ ਖਤਰਿਆਂ ਤੋਂ ਬਾਅਦ, ਇਸ ਥਕਾਵਟ ਤੋਂ ਬਾਅਦ, ਉਸ ਕਾਰਜ ਨੂੰ ਕਰਨ ਤੋਂ ਬਾਅਦ ਜਦੋਂ ਵਾਪਸ ਟੀਮਾਂ ਪਰਤਦੀਆਂ ਨੇ ਤਾਂ ਥਕਾਵਟ ਨਹੀਂ ਹੁੰਦੀ। ਰਾਤੋਂ ਰਾਤ ਮਨ ਵਿੱਚ ਇੱਕ ਸਕੂਨ ਪਹੁੰਚਦਾ, ਇੱਕ ਹੌਸਲਾ ਪਹੁੰਚਦਾ, ਜੋ ਕਿ ਦੂਸਰੀ ਸਵੇਰ ਫਿਰ ਤਿਆਰ ਹੋ ਕੇ ਅਜਿਹੇ ਮਿਸ਼ਨ ਤੇ ਫਿਰ ਇਹਨਾਂ ਲੋਕਾਂ ਨੂੰ, ਇਸ ਟੀਮ ਨੂੰ ਤੋਰਦਾ ਹੈ।